ਸਤਿ ਸ਼੍ਰੀ ਅਕਾਲ। ਤੁਸੀਂ ਵਰਡ ਮੀਡੀਆ USA ਦੇਖ ਰਹੇ ਹੋ। ਪੇਸ਼ ਹੈ ਕਹਾਣੀਆਂ ਦਾ ਹਫ਼ਤਾਵਾਰ ਪ੍ਰੋਗਰਾਮ। ਅੱਜ ਤੁਸੀਂ ਸੁਣੋਗੇ ਕਹਾਣੀ ਸਹਾਈ। ਉਰਦੂ ਵਿੱਚ ਕਹਾਣੀ ਦੇ ਲੇਖਕ ਨੇ ਸ਼ਹਾਦਤ ਹਸਨ ਮੰਟੋ, ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਨੇ ਤੇ ਆਵਾਜ਼ ਹਰਮੇਲ ਪ੍ਰੀਤ ਦੀ ਹੈ। ਇਹ ਨਾ ਕਹੋ ਕਿ 1 ਲੱਖ ਹਿੰਦੂ ਤੇ 1 ਲੱਖ ਮੁਸਲਮਾਨ ਮਰੇ ਨੇ, ਇਹ ਕਹੋ ਕਿ 2 ਲੱਖ ਇਨਸਾਨ ਮਰੇ ਨੇ। ਤੇ ਇਹ ਏਡੀ ਵੱਡੀ ਟ੍ਰੈਜਡੀ ਨਹੀਂ ਕਿ 2 ਲੱਖ ਇਨਸਾਨ ਮਰੇ ਨੇ। ਟ੍ਰੈਜਡੀ ਤੇ ਅਸਲ ਵਿੱਚ ਇਹ ਹੈ ਕਿ ਮਰਨ ਤੇ ਮਾਰਨ ਵਾਲੇ ਕਿਸੇ ਵੀ ਖਾਤੇ ਵਿੱਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਝ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖਤਮ ਹੋ ਗਿਆ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉੱਪਰ ਇੱਕ ਹਲਕੀ ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ, ਇਹ ਜੋ ਕੁਝ ਵੀ ਹੈ ਸਾਡੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਹੈ। ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਝ ਫਨਾ ਹੋ ਸਕਦਾ ਹੈ। ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ 3 ਸਾਂ ਜਿਹੜੇ ਉਸ ਨੂੰ ਜਹਾਜ਼ ਚੜ੍ਹਾਉਣ ਆਏ ਸਾਂ। ਉਹ ਅਣਮਿੱਥੇ ਸਮੇਂ ਲਈ ਸਾਥੋਂ ਵਿਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿੱਚ ਆਉਣ ਬਾਰੇ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿੱਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖਤ ਆਇਆ ਸੀ ਕਿ ਫਸਾਦਾਂ ਵਿੱਚ ਉਸ ਦਾ ਚਾਚਾ ਮਾਰਿਆ ਗਿਆ ਹੈ। ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇੱਕ ਦਿਨ ਇਸੇ ਦੁੱਖ ਦੇ ਸਦਮੇ ਅਧੀਨ ਗੱਲਾਂ ਵਿੱਚ ਹੀ ਉਸ ਨੇ ਮੁਮਤਾਜ਼ ਨੂੰ ਕਿਹਾ, ਮੈਂ ਸੋਚ ਰਿਹਾ ਜੇ ਕਦੀ ਸਾਡੇ ਮੁਹੱਲੇ 'ਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ। ਮੁਮਤਾਜ਼ ਨੇ ਪੁੱਛਿਆ, ਕੀ ਕਰੇਗਾ? ਜੁਗਲ ਨੇ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ, ਮੈਂ ਸੋਚ ਰਿਹਾ ਹੋ ਸਕਦਾ ਮੈਂ ਤੈਨੂੰ ਮਾਰ ਦਿਆਂ। ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ 8 ਦਿਨ ਜਾਰੀ ਰਹੀ ਸੀ ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ਉਹ ਪੌਣੇ 4 ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ। ਸਾਡੇ ਤਿੰਨਾਂ ਵਿੱਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਨ ਉਸ ਦਾ ਉਹ ਵਾਕ ਸੀ, ਸੋਚ ਰਿਹਾ ਹੋ ਸਕਦਾ ਮੈਂ ਤੈਨੂੰ ਮਾਰ ਦਿਆਂ। ਸ਼ਾਇਦ ਹੁਣ ਤੱਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਿਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਜਾਂ ਨਹੀਂ, ਉਸ ਮੁਮਤਾਜ਼ ਨੂੰ ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਨ ਹੈ ਕਿ ਸਾਡੇ ਤਿੰਨਾਂ ਵਿੱਚੋਂ ਸਭ ਤੋਂ ਵੱਧ ਦੁਖੀ ਤੇ ਚੁੱਪਚਾਪ ਨਜ਼ਰ ਆ ਰਿਹਾ ਸੀ। ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ। ਸਵੇਰੇ ਉੱਠਦਿਆਂ ਹੀ ਉਸਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਮਾਨ ਵਗੈਰਾ ਕੁਝ ਇਸ ਤਰ੍ਹਾਂ ਬੰਨ੍ਹਿਆ ਬਣਵਾਇਆ ਸੀ ਜਿਵੇਂ ਕਿਤੇ ਸੈਰ ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ ਤੇ ਆਪ ਹੀ ਹੱਸ ਪੈਂਦਾ ਸੀ। ਜੇ ਕੋਈ ਹੋਰ ਦੇਖਦਾ ਤੇ ਸਮਝਦਾ ਕਿ ਉਹ ਮੁੰਬਈ ਛੱਡਣ ਵੇਲੇ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛੁਪਾਉਣ ਖਾਤਰ ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਝ ਕਰ ਰਿਹਾ ਹੈ। ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬਬ ਬਾਰੇ ਕੋਈ ਗੱਲਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਜੁਗਲ 3-4 ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿੱਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ, ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ ਤੇ ਇਹ ਸਾਰੇ ਕੰਮ ਉਸਨੇ ਹੱਸਦਿਆਂ ਖੇਡਦਿਆਂ ਨਿਬੇੜ ਲਏ। ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇੱਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ। ਬ੍ਰਿਜਮੋਹਨ ਦੇ ਮੋਢੇ 'ਤੇ ਹੱਥ ਰੱਖ ਕੇ ਉੱਥੋਂ ਤੁਰਨ ਲੱਗਿਆਂ ਉਸਨੇ ਧੀਮੀ ਆਵਾਜ਼ ਵਿੱਚ ਕਿਹਾ, ਯਾਦ ਆ ਬ੍ਰਿਜ, ਅੱਜ ਤੋਂ 10 ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ 1 ਰੁਪਈਆ ਉਧਾਰ ਦਿੱਤਾ ਸੀ। ਰਸਤੇ ਵਿੱਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸਨੇ ਗੱਲਾਂ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ। ਅਜਿਹੀਆਂ ਗੱਲਾਂ ਜਿਨ੍ਹਾਂ ਦਾ ਨਾ ਕੋਈ ਸਿਰ ਸੀ ਨਾ ਪੈਰ, ਪਰ ਉਹ ਕੁਝ ਅਜਿਹੀਆਂ ਆਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿੱਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿੱਚ ਸ਼ਾਮਲ ਹੋ ਗਿਆ ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਪਈ ਤਾਂ ਸਾਰੇ ਖਾਮੋਸ਼ ਹੋ ਗਏ। ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ ਤੇ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ। ਉੱਥੇ ਬੜੀ ਭੀੜ ਸੀ, ਹਜ਼ਾਰਾਂ ਰਫੂਜੀ ਜਾ ਰਹੇ ਸਨ। ਖੁਸ਼ਹਾਲ ਬੜੇ ਘੱਟ ਸਨ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ, ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਜਿਹੜੀ ਉਸ ਦੀ ਦੇਖੀ ਭਾਲੀ ਨਹੀਂ
ਤੇ ਜਿਹੜੀ ਜਾਣ ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ। ਪਰ ਇਹ ਮੇਰਾ ਆਪਣਾ ਖਿਆਲ ਸੀ, ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ। ਜਦੋਂ ਕੈਬਨ ਵਿੱਚ ਸਾਰਾ ਸਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ 'ਤੇ ਲੈ ਗਿਆ। ਉੱਧਰ ਜਿੱਧਰ ਆਸਮਾਨ ਤੇ ਸਮੁੰਦਰ ਆਪਸ ਵਿੱਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤੱਕ ਉੱਧਰ ਦੇਖਦਾ ਰਿਹਾ। ਫਿਰ ਉਸਨੇ ਜੁਗਲ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਕਿਹਾ, ਇਹ ਸਿਰਫ ਨਜ਼ਰ ਦਾ ਧੋਖਾ ਹੈ, ਆਸਮਾਨ ਤੇ ਸਮੁੰਦਰ ਦਾ ਆਪਸ ਵਿੱਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ ਵੀ ਕਿੰਨਾ ਦਿਲਕਸ਼ ਹੈ। ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸਦੇ ਦਿਲ ਦਿਮਾਗ ਵਿੱਚ ਉਸਦੀ ਆਖੀ ਹੋਈ ਗੱਲ ਚੁੱਭ ਰਹੀ ਸੀ। ਸੋਚ ਰਿਹਾ, ਹੋ ਸਕਦਾ ਮੈਂ ਤੈਨੂੰ ਮਾਰ ਦਿਆਂ। ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿੱਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗਲਾਸ ਹੱਥਾਂ ਵਿੱਚ ਫੜੀ ਜੰਗਲੇ ਕੋਲ ਖੜ੍ਹੇ ਸਾਂ। ਰਫੂਜੀ ਧੜਾ ਧੜ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ ਪੰਛੀ ਉਡਾਰੀਆਂ ਮਾਰ ਰਹੇ ਸਨ। ਜੁਗਲ ਨੇ ਅਚਾਨਕ ਇੱਕੋ ਘੁੱਟ ਵਿੱਚ ਆਪਣਾ ਗਲਾਸ ਖਾਲੀ ਕਰ ਦਿੱਤਾ ਤੇ ਬੜੀ ਥਿੜਕਦੀ ਜਿਹੀ ਆਵਾਜ਼ ਵਿੱਚ ਮੁਮਤਾਜ਼ ਨੂੰ ਕਿਹਾ, ਮੈਨੂੰ ਮਾफ़ ਕਰ ਦੇ ਮੁਮਤਾਜ਼, ਮੇਰਾ ਖਿਆਲ ਹੈ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ। ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ਜਦ ਤੂੰ ਕਿਹਾ ਸੀ ਸੋਚ ਰਿਹਾ ਹੋ ਸਕਦਾ ਮੈਂ ਤੈਨੂੰ ਮਾਰ ਦਿਆਂ, ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸਾਂ? ਦਿਲੋਂ ਇਮਾਨਦਾਰੀ ਦੇ ਨਾਲ ਦੱਸੀ ਕਿ ਇਸੇ ਨਤੀਜੇ 'ਤੇ ਪਹੁੰਚਿਆ ਸਾਂ ਤੂੰ? ਜੁਗਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਪਰ ਮੈਨੂੰ ਅਫਸੋਸ ਹੈ, ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫਸੋਸ ਹੋਣਾ ਸੀ। ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ਉਸ ਮਨੋਦਸ਼ਾ ਤੋਂ ਬਾਹਰ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ, ਇੱਕ ਮੁਸਲਮਾਨ ਨੂੰ ਜਾਂ ਇੱਕ ਦੋਸਤ ਨੂੰ ਨਹੀਂ ਬਲਕਿ ਇੱਕ ਇਨਸਾਨ ਨੂੰ ਮਾਰਿਆ ਹੈ। ਜੇ ਉਹ ਹਰਾਮਜ਼ਾਦਾ ਸੀ, ਤੂੰ ਉਸ ਦੀ ਹਰਾਮਜ਼ਾਦਗੀ ਨੂੰ ਨਹੀਂ ਬਲਕਿ ਖੁਦ ਉਸ ਨੂੰ ਮਾਰ ਦਿੱਤਾ ਹੈ। ਜੇ ਉਹ ਮੁਸਲਮਾਨ ਸੀ ਤਾਂ ਤੂੰ ਉਸ ਦੀ ਮੁਸਲਮਾਨੀਅਤ ਨੂੰ ਨਹੀਂ ਉਸ ਦੀ ਹਸਤੀ ਨੂੰ ਖਤਮ ਕਰ ਦਿੱਤਾ ਹੈ। ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿੱਚ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆ ਵਿੱਚੋਂ ਇੱਕ ਇਨਸਾਨ ਘਟ ਜਾਂਦਾ। ਕੁਝ ਚਿਰ ਚੁੱਪ ਰਹਿਣ ਤੋਂ ਪਿੱਛੋਂ ਤੇ ਕੁਝ ਸੋਚ ਕੇ ਉਸਨੇ ਫਿਰ ਬੋਲਣਾ ਸ਼ੁਰੂ ਕੀਤਾ, ਹੋ ਸਕਦਾ ਹੈ ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖੁਦਾ ਦੀ ਸਹੁੰ ਜੇ ਸੰਭਵ ਹੁੰਦਾ ਮੈਂ ਕਬਰ ਪਾੜ ਕੇ ਚੀਕਣਾ ਕੂਕਣਾ ਸ਼ੁਰੂ ਕਰ ਦਿੰਦਾ। ਮੈਨੂੰ ਸ਼ਹੀਦ ਦੀ ਇਹ ਪਦਵੀ ਮਨਜ਼ੂਰ ਨਹੀਂ, ਮੈਨੂੰ ਇਹ ਡਿਗਰੀ ਨਹੀਂ ਚਾਹੀਦੀ ਜਿਸ ਦਾ ਇਮਤਿਹਾਨ ਹੀ ਮੈਂ ਨਹੀਂ ਦਿੱਤਾ। ਲਾਹੌਰ ਵਿੱਚ ਤੇਰੇ ਚਾਚੇ ਨੂੰ ਇੱਕ ਮੁਸਲਮਾਨ ਨੇ ਮਾਰ ਦਿੱਤਾ, ਤੂੰ ਇਹ ਖਬਰ ਬੰਬਈ ਵਿੱਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ। ਦੱਸ ਤੂੰ ਤੇ ਮੈਂ ਕਿਸ ਤਮਗੇ ਦੇ ਹੱਕਦਾਰ ਹਾਂ, ਤੇ ਲਾਹੌਰ ਵਿੱਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ, ਪਰ ਉਸ ਭਾਵੁਕਤਾ ਵਿੱਚ ਮੋਹ ਬਰਾਬਰ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ, ਇਹ ਜੋ ਕੁਝ ਵੀ ਹੈ ਸਾਡੇ ਜਿਸਮ ਵਿੱਚ ਨਹੀਂ ਰੂਹ ਵਿੱਚ ਹੁੰਦਾ ਹੈ। ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਇੰਜ ਫਨਾਹ ਹੋ ਸਕਦਾ? ਅਖੀਰ ਮੈਂ ਉਸ ਨੂੰ ਕਿਹਾ ਸੀ, ਤੂੰ ਬਿਲਕੁਲ ਠੀਕ ਕਹਿ ਰਿਹਾ। ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ਨਹੀਂ ਬਿਲਕੁਲ ਠੀਕ ਨਹੀਂ। ਮੇਰਾ ਮਤਲਬ ਹੈ ਕਿ ਜੇ ਇਸ ਵਿੱਚ ਕੁਝ ਠੀਕ ਹੈ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇੱਕ ਮਜ਼ਹਬ ਨਹੀਂ ਹੈ, ਇਹ ਧਰਮ ਨਹੀਂ ਜਿਸ ਵਿੱਚ ਅਸੀਂ ਲੋਕ 99% ਖੁੱਬੇ ਹੋਏ ਹਾਂ। ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ ਜੋ ਵੱਖਰੀ ਕਿਸਮ ਦੀ ਹੈਸੀਅਤ ਬਖਸ਼ਦੀ ਹੈ, ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ। ਪਰ ਉਹ ਸ਼ੈ ਹੈ ਕਿ ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉੱਪਰ ਰੱਖ ਕੇ ਵਿਖਾ ਨਹੀਂ ਸਕਦਾ। ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ ਤੇ ਉਸਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ਪਰ ਉਸ ਵਿੱਚ ਉਹ ਖਾਸ ਗੱਲ ਸੀ। ਕੱਟੜ ਹਿੰਦੂ ਸੀ, ਪੇਸ਼ਾ ਬੜਾ ਜਲੀਲ, ਪਰ ਇਸ ਦੇ ਬਾਵਜੂਦ ਉਸ ਦੀ ਰੂਹ ਕਿੰਨੀ ਰੋਸ਼ਨ ਸੀ। ਮੈਂ ਪੁੱਛਿਆ, ਕਿਸ ਦੀ? ਇੱਕ ਭੜੂਏ ਦੀ। ਅਸੀਂ ਤਿੰਨੇ ਹੈਰਾਨੀ ਨਾਲ ਤਰਬ ਕੇ, ਮੁਮਤਾਜ਼ ਦੀ ਆਵਾਜ਼ ਵਿੱਚ ਕੋਈ ਝਿਜਕ ਨਹੀਂ ਸੀ। ਸੋ ਮੈਂ ਪੁੱਛਿਆ, ਭੜੂਏ ਦੀ? ਮੁਮਤਾਜ਼ ਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਆਪ ਹੈਰਾਨ ਹਾਂ ਕਿ ਕਿਹੋ ਜਿਹਾ ਆਦਮੀ ਸੀ ਉਹ, ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿੱਚ ਭੜੂਆ ਸੀ, ਔਰਤਾਂ ਦਾ ਦਲਾਲ, ਪਰ ਉਸ ਦੀ ਜ਼ਮੀਰ ਬੜੀ ਰੋਸ਼ਨ ਸੀ। ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਨਾ ਨੂੰ ਆਪਣੇ ਅੰਦਰ ਦੁਹਰਾ ਰਿਹਾ ਹੋਵੇ। ਕੁਝ ਪਲ ਬਾਅਦ ਉਸਨੇ ਫੇਰ ਬੋਲਣਾ ਸ਼ੁਰੂ ਕੀਤਾ। ਉਹਦਾ ਪੂਰਾ ਨਾਮ ਮੈਨੂੰ ਯਾਦ ਨਹੀਂ, ਕੁਝ ਸਹਾਇ ਸੀ, ਬਨਾਰਸ ਦਾ ਰਹਿਣ ਵਾਲਾ ਤੇ ਬੜਾ ਸਫਾਈ ਪਸੰਦ ਸੀ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਸੀ ਬੜੀ ਛੋਟੀ ਸੀ, ਪਰ ਉਹਨੇ ਬੜੇ ਸੁਚੱਜੇ ਢੰਗ ਨਾਲ ਉਹਨੂੰ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੋਇਆ ਸੀ। ਪਰਦਾਦਾਰੀ ਦਾ ਪੂਰਾ ਪ੍ਰਬੰਧ ਸੀ। ਮੰਜੇ ਤੇ ਪਲੰਘ ਨਹੀਂ ਸਨ, ਚਾਦਰਾਂ ਤੇ ਗਿਲਾਫ ਹਮੇਸ਼ਾ ਲਮਕਦੇ ਰਹਿੰਦੇ ਸਨ। ਇੱਕ ਨੌਕਰ ਵੀ ਸੀ, ਪਰ ਸਫਾਈ ਉਹ ਖੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਨਹੀਂ, ਹਰ ਕੰਮ, ਫਾਹਾ ਵੱਢ ਕਦੀ ਨਹੀਂ ਸੀ ਕਰਦਾ।
ਧੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ-ਪਾਸ ਦੇ ਇਲਾਕੇ 'ਚੋਂ ਪਾਣੀ ਰਲੀ ਸ਼ਰਾਬ ਮਿਲਦੀ ਤੇ ਉਹ ਸਾਫ਼ ਕਹਿ ਦਿੰਦਾ ਕਿ ਸਾਹਿਬ ਆਪਣੇ ਪੈਸੇ ਬਰਬਾਦ ਨਾ ਕਰੋ। ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਉਂਦਾ ਨਹੀਂ ਸੀ। ਹੋਰ ਤਾਂ ਹੋਰ ਉਹਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ 30 ਸਾਲਾਂ ਵਿੱਚ ਉਸਨੇ 20,000 ਰੁਪਏ ਕਮਾਏ ਨੇ। ਹਰ 10 ਵਿੱਚੋਂ 2.5 ਕਮਿਸ਼ਨ ਲੈ ਕੇ। ਉਸਨੇ ਸਿਰਫ 10,000 ਹੋਰ ਕਮਾਉਣੇ ਸੀ। ਪਤਾ ਨਹੀਂ ਸਿਰਫ 10,000 ਹੋਰ ਕਿਉਂ, ਜ਼ਿਆਦਾ ਕਿਉਂ ਨਹੀਂ। ਉਹਨੇ ਮੈਨੂੰ ਕਿਹਾ ਸੀ ਕਿ 30,000 ਰੁਪਏ ਪੂਰੇ ਕਰਕੇ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ। ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਿਉਂ ਕਰਨ ਦਾ ਇੱਛੁਕ ਹੈ। ਮੈਂ ਇੱਥੋਂ ਤੱਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ਅਜੀਬ ਆਦਮੀ ਸੀ। ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ। ਮੇਰਾ ਖਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨੌਟੀ ਹੈ, ਇੱਕ ਵੱਡਾ ਫਰਾਡ। ਕੌਣ ਯਕੀਨ ਕਰ ਸਕਦਾ ਹੈ ਕਿ ਉਹਨਾਂ ਸਾਰੀਆਂ ਕੁੜੀਆਂ ਨੂੰ ਜਿਹੜੀਆਂ ਉਸ ਦੇ ਧੰਦੇ 'ਚ ਸ਼ਾਮਲ ਨੇ ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜਮ ਨਹੀਂ ਸੀ ਹੁੰਦੀ ਕਿ ਉਸਨੇ ਹਰੇਕ ਕੁੜੀ ਦਾ ਪੋਸਟ ਆਫਿਸ ਵਿੱਚ ਸੇਵਿੰਗ ਅਕਾਊਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁੱਲ ਆਮਦਨ ਉੱਥੇ ਜਮ੍ਹਾਂ ਕਰਾਉਂਦਾ ਸੀ। ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਹ 10-12 ਕੁੜੀਆਂ ਦੇ ਖਾਣ ਪੀਣ ਦਾ ਖਰਚ ਆਪਣੇ ਉੱਪਰ ਲਿਓ ਕਰਦਾ ਏ। ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨੌਟੀ ਲੱਗੀ ਸੀ। ਇੱਕ ਦਿਨ ਮੈਂ ਉਹਦੇ ਟਿਕਾਣੇ ਤੇ ਗਿਆ। ਉਹਨੇ ਮੈਨੂੰ ਕਿਹਾ, ਅਮੀਨਾ ਤੇ ਸਕੀਨਾ ਦੋਵੇਂ ਛੁੱਟੀ ਤੇ ਨੇ। ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਤਾਂ ਕਿ ਬਾਹਰ ਜਾ ਕੇ ਕਿਸੇ ਹੋਟਲ ਵਿੱਚ ਮਾਸ ਮੱਛੀ ਵਗੈਰਾ ਖਾਣ। ਇੱਥੇ ਤੇ ਤੁਸੀਂ ਜਾਣਦੇ ਹੋ ਸਭ ਵੈਸ਼ਨੂ ਨੇ। ਮੈਂ ਸੁਣ ਕੇ ਮਾਣੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹਾ। ਇੱਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇੱਕ ਹਿੰਦੂ ਕੁੜੀ ਦੀ ਸ਼ਾਦੀ ਉਹਨੇ ਇੱਕ ਮੁਸਲਮਾਨ ਗਾਹਕ ਨਾਲ ਕਰਵਾ ਦਿੱਤੀ। ਲਾਹੌਰ ਤੋਂ ਉਹਦਾ ਖਤ ਆਇਆ ਕਿ ਦਾਤਾ ਸਾਹਿਬ ਦੇ ਦਰਬਾਰ ਵਿੱਚ ਉਸਨੇ ਇੱਕ ਮੰਨਤ ਮੰਨੀ ਸੀ ਜਿਹੜੀ ਪੂਰੀ ਹੋ ਗਈ ਹੈ। ਹੁਣ ਉਸਨੇ ਸਹਾਇ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸਦੇ 30,000 ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਲ੍ਹੇ। ਇਹ ਸੁਣ ਕੇ ਮੈਂ ਅੰਦਰ ਅੰਦਰ ਹੱਸਿਆ ਸਾਂ। ਸੋਚਿਆ ਸੀ ਕਿ ਮੈਂ ਮੁਸਲਮਾਨ ਹਾਂ, ਇਸ ਲਈ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਮੁਮਤਾਜ਼ ਤੋਂ ਪੁੱਛਿਆ, ਤਾਂ ਕਿ ਤੇਰਾ ਖਿਆਲ ਗਲਤ ਸੀ? ਬਿਲਕੁਲ। ਉਸ ਦੀ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ। ਹੋ ਸਕਦਾ ਉਸ ਦੀ ਨਿੱਜੀ ਜ਼ਿੰਦਗੀ 'ਚ ਕਈ ਖਾਮੀਆਂ ਹੋਣ। ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ ਹੋਣ, ਪਰ ਇੱਕ ਬੜਾ ਵਧੀਆ ਇਨਸਾਨ ਸੀ। ਜੁਗਲ ਨੇ ਸਵਾਲ ਕੀਤਾ, ਇਹ ਤੈਨੂੰ ਕਿਸ ਨੇ ਦੱਸਿਆ ਸੀ? ਉਸ ਦੀ ਮੌਤ ਨੇ। ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜੀ ਦੇਰ ਬਾਅਦ ਉਸਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇੱਕ ਧੁੰਦਲੀ ਜਿਹੀ ਗਲਵੱਕੜੀ ਵਿੱਚ ਲਿਪਟੇ ਹੋਏ ਸਨ। ਫਸਾਦ ਸ਼ੁਰੂ ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ 'ਚੋਂ ਲੰਘ ਰਿਹਾ ਸਾਂ। ਕਰਫਿਊ ਕਰਕੇ ਬਾਜ਼ਾਰ 'ਚ ਲੋਕਾਂ ਦੀ ਆਵਾਜਾਈ ਬੜੀ ਘੱਟ ਸੀ। ਟਰਾਮਾਂ ਵੀ ਨਹੀਂ ਸੀ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਮੈਂ ਜਦੋਂ ਜੇ ਹਸਪਤਾਲ ਕੋਲ ਪਹੁੰਚਿਆ, ਇੱਕ ਆਦਮੀ ਨੂੰ ਇੱਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ ਕੋਈ ਫੁੱਟਪਾਥੀ ਮਜ਼ਦੂਰ ਸੁੱਤਾ ਹੋਇਆ ਹੈ, ਪਰ ਜਦੋਂ ਪੱਥਰ ਦੇ ਟੁਕੜਿਆਂ ਉੱਤੇ ਖੂਨ ਦੇ ਲੁੱਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ ਮੈਨੂੰ ਖਿਸਕ ਜਾਣਾ ਚਾਹੀਦਾ ਹੈ, ਪਰ ਲਾਸ਼ ਵਿੱਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁੱਕ ਕੇ ਦੇਖਿਆ। ਮੈਨੂੰ ਸਹਾਇ ਦਾ ਜਾਣਿਆ ਪਛਾਣਿਆ ਚਿਹਰਾ ਨਜ਼ਰ ਆਇਆ। ਉਹ ਲਹੂ ਨਾਲ ਲਿਬੜਿਆ ਹੋਇਆ ਸੀ। ਮੈਂ ਉਸਦੇ ਕੋਲ ਹੀ ਫੁੱਟਪਾਥ 'ਤੇ ਬੈਠ ਗਿਆ ਤੇ ਦੇਖਿਆ ਕਿ ਉਸਦੀ ਸਫੈਦ ਕਮੀਜ਼ ਜਿਹੜੀ ਹਮੇਸ਼ਾ ਬੇਦਾਗ ਹੁੰਦੀ ਸੀ, ਲਹੂ ਨਾਲ ਤਰ ਹੋਈ ਪਈ ਸੀ। ਜ਼ਖਮ ਸ਼ਾਇਦ ਪਸਲੀਆਂ ਦੇ ਕੋਲ ਸੀ। ਉਹ ਹੌਲੀ-ਹੌਲੀ ਕਰਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ ਕੇ ਹਿਲਾਉਣਿਆ ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇੱਕ ਦੋ ਵਾਰੀ ਮੈਂ ਉਸਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਹਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਕੇ ਜਾਣ ਹੀ ਲੱਗਿਆ ਸੀ ਕਿ ਉਸਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੱਕ ਉਹਨਾਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਇੱਕ ਟੱਕ ਮੇਰੇ ਵੱਲ ਵੇਖਦਾ ਰਿਹਾ। ਫਿਰ ਉਹਦੇ ਸਾਰੇ ਸਰੀਰ 'ਚ ਇੱਕ ਪੀੜ ਪਰੁਚੀ ਕੰਬਣੀ ਛਿੜ ਪਈ ਤੇ ਉਸਨੇ ਮੈਨੂੰ ਪਛਾਣਦਿਆਂ ਹੋਇਆ ਕਿਹਾ, ਤੁਸੀਂ? ਮੈਂ ਉੱਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਹ ਇੱਧਰ ਕਿਉਂ ਆਇਆ ਸੀ? ਕਿਸ ਨੇ ਉਸ ਨੂੰ ਜ਼ਖਮੀ ਕੀਤਾ ਹੈ? ਕਦੋਂ ਦਾ ਫੁੱਟਪਾਥ 'ਤੇ ਪਿਆ ਹੈ? ਸਾਹਮਣੇ ਹਸਪਤਾਲ ਹੈ, ਕੀ ਮੈਂ ਉਹਨਾਂ ਨੂੰ ਖਬਰ ਕਰ ਦਿਆਂ? ਉਸ ਵਿੱਚ ਬੋਲਣ ਦੀ ਹਿੰਮਤ ਹੀ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਹਨੇ ਕਰਾਂਦਿਆਂ ਹੋਇਆਂ ਬੜੀ ਮੁਸ਼ਕਲ ਨਾਲ ਇਹ ਸ਼ਬਦ ਕਹੇ, ਮੇਰੇ ਦਿਨ ਪੂਰੇ ਹੋ ਗਏ ਸੀ। ਭਗਵਾਨ ਨੂੰ ਇਹ ਮਨਜ਼ੂਰ ਸੀ। ਭਗਵਾਨ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਪਰ ਮੈਨੂੰ ਇਹ ਮਨਜ਼ੂਰ ਨਹੀਂ ਸੀ ਕਿ ਮੈਂ ਇੱਕ ਮੁਸਲਮਾਨ ਹੋ ਕੇ ਮੁਸਲਮਾਨਾਂ ਦੇ ਇਲਾਕੇ 'ਚ ਇੱਕ ਆਦਮੀ ਨੂੰ, ਜਿਹਦੇ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਹਨੂੰ ਮਾਰਨ ਵਾਲਾ ਮੁਸਲਮਾਨ ਸੀ ਤੇ ਆਖਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ ਜਿਹੜਾ ਆਦਮੀ ਖੜੋਤਾ ਸੀ ਉਹ ਵੀ ਇੱਕ ਮੁਸਲਮਾਨ ਸੀ। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ। ਇੱਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ ਲਿਆ ਜਾਵੇ। ਜੇ ਫੜਿਆ ਗਿਆ ਤਾਂ ਪੁੱਛ-ਗਿੱਛ ਤੇ ਧੂਕ-ਢੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤਾ ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦੇ। ਸੋਚੇ ਮਰਨਾ ਤਾਂ ਹੈ ਹੀ, ਕਿਉਂ ਨਾ ਇਸ ਨੂੰ ਵੀ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਲੱਗਿਆ ਸਾਂ, ਜੰਝ ਕਹਿ ਲਓ ਕਿ ਭੱਜਣ ਲੱਗਿਆ ਸਾਂ ਕਿ ਸਹਾਇ ਨੇ ਮੈਨੂੰ ਬੁਲਾਇਆ। ਮੈਂ ਰੁਕ ਗਿਆ। ਨਾ ਰੁਕਣ ਦੇ ਇਰਾਦੇ ਦੇ ਬਾਵਜੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ।
ਮੈਂ ਉਸ ਵੱਲ ਇਸ ਅੰਦਾਜ਼ ਨੂੰ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ, ਜਲਦੀ ਕਰੋ ਮੀਆਂ, ਮੈਂ ਜਾਣਾ ਹੈ। ਉਸਨੇ ਦਰਦ ਦੀ ਤਕਲੀਫ ਨਾਲ ਦੂਰੇ ਹੁੰਦਿਆਂ ਬੜੀ ਮੁਸ਼ਕਲ ਨਾਲ ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ। ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤੇ ਮੈਨੂੰ ਕਿਹਾ, ਹੇਠਾਂ ਬੰਡੀਏ। ਉਸ ਦੀ ਜੇਬ ਵਿੱਚ ਕੁਝ ਜੇਵਰ ਤੇ 1200 ਰੁਪਏ ਨੇ। ਇਹ ਸੁਲਤਾਨਾ ਦਾ ਮਾਲ ਹੈ। ਮੈਂ ਇੱਕ ਦੋਸਤ ਕੋਲ ਰੱਖਿਆ ਸੀ। ਅੱਜ ਉਸ ਨੂੰ ਭੇਜਣਾ ਸੀ ਕਿਉਂਕਿ ਤੁਸੀਂ ਜਾਣਦੇ ਹੋ ਖਤਰਾ ਬੜਾ ਵੱਧ ਗਿਆ ਹੈ। ਉਸ ਨੂੰ ਦੇ ਦੇਣਾ ਤੇ ਕਹਿਣਾ ਫੌਰਨ ਚਲੀ ਜਾਏ, ਪਰ ਖਿਆਲ ਰੱਖਣਾ ਇਹ ਉਸ ਦੀ ਅਮਾਨਤ ਹੈ। ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ, ਜਿਹੜੀ ਜੇ ਹਸਪਤਾਲ ਸਾਹਮਣੇ ਫੁੱਟਪਾਥ 'ਤੇ ਉਪਜੀ ਸੀ ਤੇ ਹੁਣ ਦੂਰ ਉੱਧਰ ਤੇ ਆਸਮਾਨ ਤੇ ਸਮੁੰਦਰ ਇੱਕ ਧੁੰਦਲੀ ਜਿਹੀ ਸ਼ਾਮ ਵਿੱਚ ਗਲੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ। ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ਮੈਂ ਸੁਲਤਾਨਾ ਨੂੰ ਮਿਲਿਆ, ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸਦੀਆਂ ਅੱਖਾਂ ਭਿੱਜ ਗਈਆਂ ਸਨ। ਜਦੋਂ ਅਸੀਂ ਮੁਮਤਾਜ਼ ਤੋਂ ਵਿਦਾ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜੀ ਖੜਾ ਸੀ। ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ। ਮੈਂ ਜੁਗਲ ਨੂੰ ਕਿਹਾ, ਕੀ ਤੈਨੂੰ ਇੰਝ ਨਹੀਂ ਮਹਿਸੂਸ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾ ਰਿਹਾ ਹੈ ਆਪਣਾ ਹਮਸਫਰ ਬਣਾਉਣ ਲਈ? ਜੁਗਲ ਨੇ ਸਿਰਫ ਇੰਨਾ ਕਿਹਾ ਸੀ, ਕਾਸ਼ ਮੈਂ ਸਹਾਏ ਦੀ ਰੂਹ ਹੁੰਦਾ। ਕਹਾਣੀਆਂ ਦੇ ਹਫ਼ਤਾਵਾਰ ਪ੍ਰੋਗਰਾਮ ਵਿੱਚ ਇਹ ਸੀ ਸ਼ਹਾਦਤ ਹਸਨ ਮੰਟੋ ਦੀ ਲਿਖੀ ਕਹਾਣੀ ਸਹਾਏ। ਪੰਜਾਬੀ ਅਨੁਵਾਦਕ ਸਨ ਮਹਿੰਦਰ ਬੇਦੀ ਤੇ ਆਵਾਜ਼ ਹਰਮੇਲਪ੍ਰੀਤ ਦੀ।